सौबदार ल्यायो भूप को हकार अब पाई कह रजाई तत्काल ताहि ठाने आनेओ। और गुरु प्यारिओ सेवादार ਨੂੰ ਭੇਜਣਾ ਕੀਤਾ ਜਾਓ ਭੀਮ ਚੰਦ ਨੂੰ ਸੁਨੇਹਾ ਦਿਓ ਗੁਰੂ ਸਾਹਿਬ ਸਭਾ ਵਿੱਚ ਤੈਨੂੰ ਉਡੀਕ ਰਹੇ ਹਨ। ਵੀਰਨ ਵਜੀਰਨ ਕਉ ਸੰਗ ਲੈ ਬਹੀਰ ਬਹੁ ਆਨ ਭੀਮ ਚੰਦ ਨੇ ਪ੍ਰਣਾਮ ਪਗ ਠਾਨਿਓ। ਔਰ ਆਪਣੇ ਯੋਧਿਆਂ ਨੂੰ ਆਪਣੀਆਂ ਫੌਜਾਂ ਨੂੰ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਭੀਮ ਚੰਦ ਵੀ ਬੜੇ ਜਾਹੋ ਜਲਾਲ ਦੇ ਨਾਲ ਵਿਖਾਵਾ ਕਰਦਾ ਹੋਇਆ ਸਤਿਗੁਰਾਂ ਦੇ ਦੀਵਾਨ ਵਿੱਚ ਆ ਕੇ ਚਰਨਾਂ ਤੇ ਨਮਸਕਾਰ ਕਰਦਾ ਹੈ ਜੀ। ਅਰਪ ਅਕੂਰਨ ਕਉ ਹੱਥ ਜੋਰ ਪ੍ਰਭੂ ਔਰ ਬੈਠਿਓ ਸੋ ਬਿਲੋਕ ਮੋਦ ਪ੍ਰਸ਼ਨ ਬਖਾਨਿਓ। ਔਰ ਜਿਹੜੀਆਂ ਭੇਟਾਵਾਂ ਘਰੋਂ ਲੈ ਕੇ ਆਇਆ ਹੈ ਉਹਨਾਂ ਭੇਟਾਵਾਂ ਨੂੰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਅਰਪਣ ਕਰਕੇ ਬੈਠਦਾ ਬੜੀ ਖੁਸ਼ੀ ਦੇ ਨਾਲ। ਆਪ ਕੀ ਕਿਰਪਾ ਤੇ ਮੋ ਕਉ ਕੁਸ਼ਲ ਕਲਿਆਣ ਸਭ ਦੁਲਭ ਦਰਸ਼ ਤੇ ਹਰਕ ਔਰ ਮਾਨਿਓ। ਔਰ ਫਿਰ ਸਤਿਗੁਰੂ ਉਹਦੀ ਸੁਖ ਸਾਂਦ ਪੁੱਛਦੇ ਆ ਹਾਂ ਬਈ ਭੀਮ ਚੰਦ ਕੀ ਹਾਲ ਹੈ ਠੀਕ ਹੈ। ਕਹਿੰਦਾ ਜੀ ਬਸ ਤੁਹਾਡੀ ਕਿਰਪਾ ਹੈ ਸਭ ਸੁਖ ਸਾਂਦ ਹੈ। ਅੱਜ ਤਾਂ ਤੁਹਾਡੇ ਦੁਰਲਭ ਦਰਸ਼ਨ ਵੀ ਹੋ ਗਏ ਕਿਉਂਕਿ ਪਾਤਸ਼ਾਹ ਜੀ ਦਾ ਬਚਨ ਹੈ ਕਿ ਗੁਰਬਾਣੀ ਦੇ ਵਿੱਚੋਂ ਪੁੱਤੀ ਗੰਢ ਪਵੈ ਸੰਸਾਰ। ਸੰਸਾਰ ਦੇ ਵਿੱਚ ਜਦ ਮਨੁੱਖ ਦੇ ਘਰ ਬੱਚਾ ਹੋ ਜਾਂਦਾ ਹੈ ਤੇ ਉਹਦੇ ਨਾਲ ਸੰਸਾਰ ਦੇ ਨਾਲ ਸੰਬੰਧ ਬਣ ਜਾਂਦਾ ਹੈ। ਰਾਜਾ ਮੰਗਿਆ ਦਿੱਤਾ ਗੰਢ ਪਾਏ। ਰਾਜੇ ਨਾਲ ਜਨਤਾ ਦਾ ਤਾਂ ਸੰਬੰਧ ਬਣਦਾ ਹੈ ਜੇ ਰਾਜਾ ਕੋਈ ਗਿਫਟ ਕੋਈ ਜਨਤਾ ਨੂੰ ਜਿਹੜਾ ਹੈ ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਦਿੰਦਾ ਰਹੇ। ਇਹਦੇ ਵਿੱਚ ਇੱਕ ਪੰਕਤੀ ਆ ਮੈਂ ਉਸ ਪੰਕਤੀ ਦੀ ਗੱਲ ਕਰਦਾ। ਮੂਰਖ ਗੰਢ ਪਾਵੈ ਮੋਹੇ ਮਾਰ। ਆ ਭੀਮ ਚੰਦ ਮੂਰਖ ਕਿਸੇ ਵੇਲੇ ਸੋਚਦਾ ਸੀਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਵਸਤੂਆਂ ਖੋਹ ਕੇ ਲੈ ਆਵਾਂਗਾ। ਸਮਝਦਾ ਹੀ ਕੁਛ ਨਹੀਂ ਸੀਗਾ। ਸੋਚਦਾ ਸੀ ਸਾਧਾਂ ਦੇ ਕੋਲੇ ਕਿਹੜੀ ਤਾਕਤ ਹੈ ਇਹਨਾਂ ਕੋਲੇ ਕਿਹੜੇ ਕੁਛ ਸਿੱਖੇ ਹੋਏ ਫੌਜੀ ਹਨ ਆਮ ਨੌਜਵਾਨ ਹੈ ਪਿੰਡਾਂ ਦੇ ਬੱਚੇ ਹਨ ਸਿੱਖਾਂ ਨੂੰ ਕੀ ਆਉਂਦਾ ਹੈ ਮੇਰੇ ਕੋਲੇ ਵਧੀਆ ਵਧੀਆ ਫੌਜੀ ਹਨ ਜੇ ਮੈਨੂੰ ਹਾਥੀ ਨਾ ਦਿੱਤਾ ਤੇ ਮੈਂ ਖੋਹ ਕੇ ਲਿਆਵਾਂਗਾ। ਪਰ ਜਦੋਂ ਫਤਿਹ ਸ਼ਾਹ ਦੇ ਮੂੰਹ ਤੇ ਵੱਜੀਆਂ ਨਾ ਇਹਨਾਂ ਮੂਰਖਾਂ ਨੂੰ ਹੁਣ ਗੰਢ ਪਾਉਣ ਦੀ ਸਲਾਹ ਆਈ ਆ। ਕਹਿੰਦੇ ਭਾਵੇਂ ਇਹਨਾਂ ਨੂੰ ਹੁਣ ਅਕਲ ਆਈ ਆ ਬਈ ਗੁਰੂ ਗੋਬਿੰਦ ਸਿੰਘ ਤਾਕਤਾਂ ਦੇ ਮਾਲਕ ਹਨ ਤੇ ਅੱਜ ਇਹ ਮੂਰਖ ਗੁਰੂ ਦੇ ਨਾਲ ਸੰਬੰਧ ਪਾਉਣ ਵਾਸਤੇ ਆਏ ਹੈ। ਮੂਰਖ ਉਦੋਂ ਮੰਨਦਾ ਜਦੋਂ ਉਹਦੇ ਚਾਰ ਪੈਂਦੀਆਂ ਹਨ ਤੇ ਅੱਜ ਕਿਵੇਂ ਬੋਲਦਾ ਹੈ। ਕਹਿੰਦੇ ਜੀ ਤੁਹਾਡੇ ਦੁਰਲਭ ਦਰਸ਼ਨ ਅੱਜ ਤੁਹਾਡੀ ਕਿਰਪਾ ਨਾਲ ਹੋਏ। ਇਹ ਦੁਰਲਭ ਦਰਸ਼ਨ ਉਦੋਂ ਵੀ ਸੀਗੇ ਜਦੋਂ ਇਹ ਗੁਰੂ ਦੇ ਨਾਲ ਈਰਖਾ ਕਰਦਾ ਸੀ। ਕਰਾਮਾਤ ਸਾਹਿਬ ਅਜਾਇਬ ਚਰਿਤ੍ਰ ਤੁਮ ਫੇਰ ਮਾਨ ਦੇਤ ਹੋ ਕੇ ਫੇਰ ਮਾਨ ਲੇਤ ਹੋ। ਮਹਾਰਾਜ ਤੁਸੀਂ ਤਾਂ ਸ਼ਕਤੀਆਂ ਦੇ ਮਾਲਕ ਹੋ ਪਤਾ ਲੱਗ ਗਿਆ ਨਾ ਹੁਣ ਇੰਨਾ ਕੁ ਕਰਾ ਕੇ ਹੀ ਇਹਨਾਂ ਨੇ ਮੰਨਣਾ ਸੀਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਚੇਲਾ ਬਣਾਉਣ ਵਾਸਤੇ ਗੋਰਖਨਾਥ ਨੇ ਬੜੇ ਜੋਗੀ ਸਿੱਧਨਾਥ ਭੇਜੇ। ਸਾਰੇ ਹਾਰ ਕੇ ਤੁਰੇ ਆਉਣ ਹਜੇ ਵੀ ਹਾਰਦੇ ਨਹੀਂ। ਜਦ ਬਾਬਾ ਨਾਨਕ ਜੀ ਉਹਨਾਂ ਦੇ ਸਥਾਨ 'ਤੇ ਪਹੁੰਚ ਗਏ ਉਹਨਾਂ ਦੀ ਸਭਾ ਦੇ ਵਿੱਚ ਤੇ ਕੁਝ ਜੋਗੀ ਤਾਹਾਂ ਉੱਡਣ ਲੱਗੇ ਤੇ ਕੁਝ ਥੱਲੇ ਬੈਠੇ ਆ। ਉਹ ਕਹਿੰਦੇ ਵੇਖਿਆ ਸਾਡੇ ਜੋਗੀ ਐਦਾਂ ਉੱਡ ਜਾਂਦੇ ਆ ਤੂੰ ਉੱਡ ਕੇ ਦਿਖਾ। ਬਾਬਾ ਕਹਿੰਦੇ ਨਾ ਭਾਈ ਅਸੀਂ ਤਾਂ ਨਹੀਂ ਉੱਡਣਾ। ਕਹਿੰਦੇ ਨਾ ਜਾਂ ਤਾਂ ਫਿਰ ਸਾਡਾ ਚੇਲਾ ਬਣ ਜਾ ਤੇ ਜਾਂ ਫਿਰ ਸਾਨੂੰ ਉੱਡ ਕੇ ਦਿਖਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਭਾਈ ਅਸੀਂ ਤਾਂ ਨਹੀਂ ਉੱਡਦੇ। ਜਦੋਂ ਇਹਨਾਂ ਨੇ 5-4 ਵਾਰੀ ਕਿਹਾ ਨਾ ਹੀ ਹਟੇ ਨਾ ਟਲੇ ਕਰਾਮਾਤ ਵੇਖਣ ਤੋਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਨਾਨਕ ਦੇਵ ਜੀ ਮਾਰਾ ਮਾਫ ਕਰਨਾ ਗੁਰੂ ਨਾਨਕ ਦੇਵ ਜੀ ਆਪ ਤਾਂ ਨਹੀਂ ਉੱਡੇ ਆਪਣੇ ਸਾਹਮਣੇ ਪਈ ਖੜਾਮ ਨੂੰ ਕਹਿੰਦੇ ਸੁਣੀਏ ਕੌਂਸ ਹਮਾਰੀ ਹੋਈਏ ਆਕਾਸ਼ਚਾਰੀ ਜਾ। ਇਹਨਾਂ ਸਾਰੇ ਜੋਗੀਆਂ ਨੂੰ ਥੱਲੇ ਲਾ ਕੇ ਲਿਆ ਤੇ ਕਹਿੰਦੀ ਉਹ ਕੌਂਸ ਉਹ ਲੱਕੜ ਦੀ ਖੜਾਮ ਉੱਡੀ ਆ ਹਵਾ ਦੇ ਵਿੱਚ ਗਈ ਪੰਛੀ ਦੀ ਨਿਆਈ ਤੇ ਜਾ ਕੇ ਖੜਾਬ ਕਰਕੇ ਜਿਹੜਾ ਸੀ ਗੁਰੂ ਪਿਆਰੋ ਉਹਨਾਂ ਜੋਗੀਆਂ ਦੇ ਸਿਰ 'ਚ ਵੱਜਣ ਲੱਗੀ। ਸਾਰੇ ਥੱਲੇ ਆ ਗਏ ਫਿਰ ਸਾਰੇ ਨੀਵੀਆਂ ਪਾ ਕੇ ਬੈਠ ਗਏ। ਤਾਂ ਇਸ ਤਰ੍ਹਾਂ ਮੂਰਖ ਉਦੋਂ ਹੀ ਸੈੱਟ ਹੁੰਦਾ ਹੈ ਜਦੋਂ ਉਹਦੇ ਚਾਰ ਪੈਂਦੀਆਂ ਹਨ। ਤਾਂ ਭੀਮ ਚੰਦ ਵਰਗਿਆਂ ਨੇ ਵੀ ਦੇਖ ਲਿਆ ਪ੍ਰੀਤਮ ਦਾ ਜੋਸ਼ ਜੰਗ ਦੇ ਮੈਦਾਨ ਵਿੱਚ। ਅੱਜ ਕਹਿੰਦਾ ਤੁਸੀਂ ਤਾਂ ਬੜੇ ਕਰਾਮਾਤੀ ਹੋ ਤੁਸੀਂ ਤਾਂ ਬੜੇ ਅਨੋਖੇ ਚਰਿੱਤਰ ਕੌਤਕ ਕਰਨ ਵਾਲੇ ਹੋ
ਤੁਸੀਂ ਤਾਂ ਕਿਸੇ ਦਾ ਵੀ ਮਨ ਫੇਰ ਸਕਦੇ ਹੋ, ਬਦਲ ਸਕਦੇ ਹੋ। ਉਹ ਤੇ ਅਪਰਾਧ ਭਇਓ ਭੂਲ ਕੈ ਅਸਾਧ ਥਿਓ ਅਧਿਕ ਉਪਾਦ ਕੀਓ ਦ્વੈਸ਼ ਬਿਨ ਹੇਤ ਹੋ। ਮਹਾਰਾਜ ਮਾਫ ਕਰ ਦੇਣਾ, ਮੈਥੋਂ ਕਹਿੰਦਾ ਗਲਤੀਆਂ ਹੋ ਗਈਆਂ, ਅਪਰਾਧ ਹੋ ਗਏ, ਭੁੱਲ ਕੇ ਅਸਾਧ ਥੀਓ। ਮੈਂ ਐਵੇਂ ਪੁੱਠੇ ਪਾਸੇ ਚੱਲ ਪਿਆ ਸੀ। ਸਾਧ ਹੁੰਦਾ ਸਿੱਧੇ ਪਾਸੇ ਜਾਣਾ, ਅਸਾਧ ਪੁੱਠੇ ਪਾਸੇ ਚੱਲਣਾ। ਕਹਿੰਦਾ ਮੈਂ ਆਪੇ ਹੀ ਗਲਤ ਚੱਲ ਪਿਆ ਸੀਗਾ, ਬੜੀਆਂ ਹੀ ਉਪਾਧੀਆਂ ਭਾਵ ਗਲਤੀਆਂ ਕੀਤੀਆਂ। ਕੀਓ ਦਵੈਸ਼ ਬਿਨ ਹੇਤ ਹੋ, ਮੈਂ ਤਾਂ ਬਿਨਾਂ ਗੱਲ ਤੋਂ ਹੀ ਤੁਹਾਡੇ ਨਾਲ ਦਵੈਸ਼ ਈਰਖਾ ਕਰਕੇ ਬਹਿ ਗਿਆ ਸੀ। ਰਾਵ ਰੂ ਬਿਰਦ ਬਖਸ਼ਿੰਦ ਸੁਨਿ ਉਸ ਬ੍ਰਿੰਦ ਹੂੰ ਤੇ ਬਖਸ਼ੋ ਖਿਮਾ ਕੇ ਨਿਧ ਕਰੁਣਾ ਨਕੇਤ ਹੋ। ਔਰ ਬਹੁਤ ਲੋਕਾਂ ਦੇ ਕੋਲੋਂ ਮੈਂ ਸੁਣਿਆ ਹੈ ਕਿ ਤੁਸੀਂ ਤਾਂ ਮਾਫ ਵੀ ਕਰ ਦਿੰਦੇ ਹੋ। ਸਤਿਗੁਰਾਂ ਨੇ ਕਦੇ ਵੀ ਕਿਸੇ ਦੇ ਉੱਤੇ ਚੜ੍ਹਾਈ ਕਰਕੇ ਜਾਣਾ ਨਹੀਂ ਕੀਤਾਗਾ। 14 ਲੜਾਈਆਂ ਹੋਈਆਂ, ਵੱਡੀਆਂ 3 ਛੋਟੀਆਂ, ਤਾਂ ਇਸ ਤਰ੍ਹਾਂ ਸਾਰੀਆਂ ਹੀ ਜੰਗਾਂ ਨੂੰ ਪਾਤਸ਼ਾਹ ਨੇ ਸ਼ੁਰੂਆਤ ਨਹੀਂ ਕੀਤੀ, ਸਗੋਂ ਅੱਗੋਂ ਢਾਲ ਲੈ ਕੇ ਤਲਵਾਰ ਲੈ ਕੇ ਰੋਕਣ ਵਾਸਤੇ ਉਹਨਾਂ ਨੂੰ ਜਾਣਾ ਪਿਆ। ਤਾਂ ਇਸ ਕਰਕੇ ਕਹਿਣ ਲੱਗਿਆ ਮੈਂ ਤੁਹਾਡੇ ਸੁਭਾਅ ਬਾਰੇ ਮੈਨੂੰ ਪਤਾ ਲੱਗਿਆ, ਕਈ ਲੋਕਾਂ ਦੇ ਕੋਲੋਂ ਸੁਣਿਆ ਮੈਂ ਕਿ ਤੁਸੀਂ ਨਿਮਰਤਾ ਦੇ ਪੁੰਜ ਹੋ, ਖਿਮਾ ਦੇ ਘਰ ਹੋ, ਖਿਮਾ ਦੇ ਨਕੇਤ ਘਰ ਹੋ, ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ ਜੀ। ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ। ਕਿਰਪਾ ਕਰੋ, ਤੁਸੀਂ ਜੰਗ ਦੇ ਮੈਦਾਨ ਵਿੱਚ ਯੋਧੇ ਵੀ ਬੜੇ ਹੋ। ਤੁਹਾਡੀ ਮਹਿਮਾ ਮੈਂ ਭੰਗਾਣੀ ਦੇ ਜੰਗ 'ਚੋਂ ਦੇਖੀ ਆ। ਜੰਗ ਦੇ ਮੈਦਾਨ ਵਿੱਚ ਯੋਧੇ ਵੀ ਬੜੇ ਹੋ, ਤਾਰਨ ਵਾਲੇ ਵੀ ਤੁਸੀਂ ਹੋ, ਸਾਰਾ ਕੁਝ ਕਰਨ ਕਰਾਉਣ ਵਾਲੇ ਤੁਸੀਂ ਹੋ। ਅੱਜ ਮੈਂ ਤੁਹਾਡੀ ਸ਼ਰਨ 'ਚ ਆ ਗਿਆ, ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਓ ਜੀ। ਸੋਨੂੰ ਅਚਲੇਸ਼ ਦਵੈਸ਼ ਕਾਰਨ ਅਸ਼ੇਸ਼ ਜੋਈ ਪੂਰਬ ਕਰੇ ਹੈ ਤੁਮ ਚਿੱਤ ਜਾਨ ਲੀਜੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਉਹਦਾ ਜਵਾਬ ਦਿੰਦੇ ਹਨ, ਕਹਿੰਦੇ ਰਾਜਾ ਸੁਣ, ਵੈਰ ਕਾਰਨ ਜਿਹੜੇ ਤੁਸੀਂ ਪਹਿਲਾਂ ਕਾਰਜ ਕੀਤੇ ਹਨ ਉਹਨਾਂ ਨੂੰ ਆਪਣੇ ਚਿੱਤ ਵਿੱਚ ਇੱਕ ਵਾਰੀ ਚਿਤਾਰਨਾ ਕਰੋ, ਯਾਦ ਕਰੋ। ਨਿਪਟ ਕਪਟ ਧਾਰ ਕੁੰਚਰ ਕੇ ਲਿਬੈ ਹੇਤ ਬਾਰ ਬਾਰ ਪਠੇ ਧਰ ਨਰ ਨਿਰਾਧਾਰ ਕੀਜੀਏ। ਅਸੀਂ ਤਾਂ ਕੋਈ ਈਰਖਾ ਨਹੀਂ ਕੀਤੀ ਸੀ ਨਾ, ਤੂੰ ਸਾਡਾ ਹਾਥੀ ਲੈਣ ਵਾਸਤੇ ਚਿੱਟਾ ਔਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਸਾਡੇ ਹਾਥੀ ਨੂੰ ਬਾਰ-ਬਾਰ ਤੂੰ ਕਪਟ ਫਰੇਬ ਛਲ ਦੇ ਨਾਲ ਆਪਣੇ ਬੰਦੇ ਭੇਜਦਾ ਰਿਹਾ। ਸਾਰ ਮੋਰ ਦੇਸ਼ ਗਏ ਤਾਹਾਂ ਵੀ ਉਪਾਦ ਕਏ ਸਾਰੇ ਗਿਰ ਧਾਰਨ ਕੀ ਸੈਨਾ ਸੋ ਲਿਖੀਜੀਏ। ਅਸੀਂ ਫੇਰ ਵੀ ਪਾਸਾ ਵਟਿਆ, ਅਸੀਂ ਟਲ ਕੇ ਲੜਾਈ ਤੋਂ ਬਈ ਇਹਨਾਂ ਲੋਕਾਂ ਤੋਂ ਦੂਰ ਹੀ ਚੰਗਾ ਹੈ, ਅਸੀਂ ਸ਼ਾਰਮੌਰ ਦੇ ਦੇਸ਼ ਚਲੇ ਗਏ। ਮੈਂ ਸਤਿਗੁਰੂ ਗਏ ਤਾਂ ਆਪਦੀ ਮੌਤ 'ਚ ਡਰਦੇ ਕਿਸੇ ਤੋਂ ਨਹੀਂ, ਪਰ ਲੜਾਈ ਕਦੇ ਸਤਿਗੁਰ ਨੇ ਆਪ ਨਹੀਂ ਵਿੱਢੀ। ਪਰ ਉਲਾਂਭਾ ਇਹਦਾ ਸਾਰਾ ਭੀਮ ਚੰਦ ਤੇ ਅੱਜ ਆ ਗਿਆ ਹੈ। ਕਹਿੰਦੇ ਅਸੀਂ ਸ਼ਾਰਮੌਰ ਮੇਦਨੀ ਪ੍ਰਕਾਸ਼ ਦੇ ਇਲਾਕੇ ਵਿੱਚ ਚਲੇ ਗਏ, ਉੱਥੇ ਜਾ ਕੇ ਅਸੀਂ ਕਿਲਾ ਬਣਾ ਕੇ ਰਹਿਣ ਲੱਗੇ ਤੇ ਤੂੰ ਸਾਰੇ ਪਹਾੜੀਆਂ ਦੀ ਫੌਜ ਇਕੱਠੀ ਕਰਕੇ ਸਾਡੇ ਮਗਰ ਲੈ ਕੇ ਆ ਗਿਆ। ਹਮਰੇ ਗਰਭ ਬਹੁ ਭੈਨ ਕੋ ਭਿਓ ਭਇਓਰ ਹਮਰੇ ਸਹਾਇ ਅਸਕੇਤ ਕੋ ਜਨੀਜੀਏ। ਔਰ ਤੁਹਾਡੇ ਹਿਰਦੇ ਵਿੱਚ ਸੀਗਾ ਕਿ ਮੇਰੇ ਕੋਲੇ ਬਹੁਤ ਸਾਰਾ ਮੇਰਾ ਭਾਈਚਾਰਾ ਹੈ। 22 ਧਾਰ ਦੇ ਪਹਾੜੀਆਂ ਦਾ ਤੈਨੂੰ ਹੰਕਾਰ ਸੀ ਨਾ ਕਿ ਮੇਰੇ ਕੋਲੇ ਬੜੀ ਫੌਜ ਹੈ। ਸਾਨੂੰ ਤਾਂ ਇੱਕ ਦਾ ਹੀ ਆਸਰਾ ਪਰਮੇਸ਼ਰ ਦਾ। ਪਾਈ ਜੰਗ ਜੀਤ ਬੇ ਕੀ ਲక్ష్ਮੀ ਅਪਰਾਜਰੇ ਪੋ ਇਸਮ ਆਨੰਦਪੁਰ ਆਪਨੋ ਵਿਚਾਰ ਕਰ। ਔਰ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ ਆਪਣੇ ਬਚਿੱਤਰ ਨਾਟਕ ਬਚਨਾਂ ਵਿੱਚ ਵੀ ਇਸ ਜੰਗ ਦਾ ਬਿਆਨ ਕਰਦੇ ਆ। ਇੱਦਾਂ ਲਿਖਦੇ ਆ ਕਿ ਸਾਨੂੰ ਕੇਵਲ ਅਕਾਲ ਪੁਰਖ ਤੇ ਭਰੋਸਾ ਸੀ ਤੇ ਤੈਨੂੰ ਆਪਣੇ ਭਰਾਵਾਂ ਤੇ ਭਰੋਸਾ ਸੀਗਾ, ਪਰ ਅਖੀਰ ਜੰਗ ਜਿੱਤਿਆ। ਜਿੱਤ ਦੀ ਲక్ష్ਮੀ ਸਾਡੇ ਘਰ ਆਈ ਔਰ ਦੁਸ਼ਮਣ ਦੇ ਘਰੇ ਹਾਰ ਗਈ ਹੈ। ਅਸੀਂ ਆਪਣਾ ਕੰਮ ਨਿਬੇੜ ਕੇ ਹੁਣ ਆਨੰਦਪੁਰ ਆ ਕੇ ਬੈਠ ਗਏ। ਆਨ ਕੈ ਸੰਭਾਰ ਕਰ ਲੋਕਨ ਹਕਾਰ ਕਰ ਬਾਸ ਕੋ ਉਦਾਰ ਕਰ ਮੋਦ ਨਰ ਨਾਰ ਕਰ। ਅਸੀਂ ਇੱਥੇ ਕਿਹੜੇ ਗਲਤ ਕੰਮ ਕਰ ਰਹੇ ਹਾਂ ਬਈ? ਅਸੀਂ ਆ ਕੇ ਆਪਣਾ ਆਨੰਦਪੁਰ ਸੰਭਾਲ ਕੇ ਬੈਠੇ ਹਾਂ ਔਰ ਆਨੰਦਪੁਰ ਦੇ ਵਿੱਚ ਵਾਸਾ ਕਰਕੇ ਹੋਰ ਵੀ ਲੋਕਾਂ ਨੂੰ ਵਸਣ ਦਾ ਹੁਕਮ ਦਿੱਤਾ ਹੈ।
ਆਪਣੇ ਦਿਆਲੂ ਹਿਰਦੇ ਦੇ ਕਰਕੇ ਅਸੀਂ ਲੋਕਾਂ ਨੂੰ ਮਦਦ ਵੀ ਕਰਦੇ ਹਾਂ, ਸਹਾਇਤਾ ਵੀ ਕਰਦੇ ਹਾਂ, ਔਰ ਇੱਥੇ ਵਸਾਉਂਦੇ ਵੀ ਹਾਂ, ਸੰਭਾਲਦੇ ਵੀ ਹਾਂ। ਘਟ ਸਿਧਾਰੈ ਕਿਤ ਕਾਸ ਘਾਸ ਕੋ ਨਿਹਾਰੈ ਲੇਤ ਅਪਰ ਬਿਗਾਰ ਕੋ ਕਰਤ ਨਾ ਪਧਾਰ ਕਰ। ਔਰ ਤੇਰਾ ਵਜ਼ੀਰ ਕਹਿੰਦਾ ਸੀਗਾ ਵੀ ਤੁਹਾਡੇ ਸਿੱਖ ਜਿਹੜੇ ਐ ਘਾਹ ਆਦਿ ਸਾਡਾ ਸਮਾਨ ਚੱਕ ਲਿਆਉਂਦੇ ਐ, ਜਨਤਾ ਦੇ ਲਾਂਭੇ ਆਉਂਦੇ ਐ। ਕੀ ਕਰਦੇ ਆ ਸਾਡੇ ਫੌਜ? ਜਾਂਦੀ ਆ ਕਿਤੇ ਜੰਗਲ ਦੇ ਵਿੱਚ, ਘੋੜਿਆਂ ਵਾਸਤੇ ਭੋਜਨ ਤਾਂ ਚਾਹੀਦਾ ਹੈ, ਉਹ ਲੈ ਆਉਂਦੇ ਐ। ਦੱਸ ਕਿਸੇ ਦਾ ਕੁਛ ਵਿਗਾੜ ਕੇ ਆਏ ਆ? ਗੁਰੂ ਘਰ ਸਾਥ ਅਬ ਮਿਲੇ ਜੋਰ ਹਾਥ ਤੁਮ ਜਾਂ ਤੇ ਹਮ ਸ਼ਿਵਾ ਧਾਰ ਵਰਜੈ ਉਜਾਰ ਉਚਾਰ ਕਰ। ਹਾਂ, ਅੱਜ ਤੂੰ ਸਾਡੇ ਕੋਲ ਆ ਕੇ ਮਿਲਿਆ ਹੈ। ਗੁਰੂ ਨਾਨਕ ਦਾ ਘਰ ਐਸਾ ਹੀ ਹੈ ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ। ਅੱਜ ਤੂੰ ਹੱਥ ਜੋੜ ਕੇ ਮਿਲਿਆ ਸਾਨੂੰ, ਜਾ ਤੈਨੂੰ ਮਾਫ ਕੀਤਾ, ਪਰ ਨਾਲ ਤੈਨੂੰ ਇੱਕ ਵਰਜਨਾ ਵੀ ਕਰਦੇ ਹਾਂ। ਸੋਨ ਭੀਮ ਚੰਦਰੇ ਦਾ ਅਧਿਕ ਆਨੰਦ ਕਰ, ਬੋਲਿਓ ਹੱਥ ਬੰਦ ਤੁਮ ਗੁਣ ਕੇ ਨਿਕੇਤ ਹੋ। ਔਰ ਜਦੋਂ ਪਾਤਸ਼ਾਹ ਨੇ ਕਿਹਾ ਜਾ ਤੈਨੂੰ ਮਾਫ ਕੀਤਾ, ਫਿਰ ਕਹਿੰਦਾ ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ, ਤੁਸੀਂ ਤਾਂ ਜੀ ਗੁਣਾਂ ਦੇ ਖਜ਼ਾਨੇ ਹੋ, ਮੈਨੂੰ ਆਨੰਦ ਬਖਸ਼ਿਆ। ਚਰਨ ਪਰਤ ਹੇਰ ਰੱਛਿਆ ਕਉ ਕਰਤ, ਫਿਰ ਆਪ ਸੁਖ ਸੰਗ ਬਸੋ ਸਭ ਸੁਖ ਦੇਤ ਹੋ। ਜੋ ਸ਼ਰਨ ਵਿੱਚ ਆਉਂਦਾ ਹੈ ਉਹਦੀ ਰੱਖਿਆ ਵੀ ਕਰਦੇ ਹੋ, ਮੈਨੂੰ ਪਤਾ ਲੱਗਿਆ ਤੁਸੀਂ ਵੀ ਸੁਖੀ ਬਸੋ, ਹੋਰਾਂ ਨੂੰ ਵੀ ਸੁੱਖ ਦਿੰਦੇ ਹੋ। ਕਹਿਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼, ਲਖੋ ਆਪਨੋ ਪਛਾਨ ਕਹਿ ਹਮੇਸ਼ ਸ਼ੁੱਧ ਲੇਤ ਹੋ। ਇਹ ਕਹਿਲੂਰ ਦਾ ਇਲਾਕਾ ਜਿਹੜਾ ਰਾਜਾ ਕਿਸੇ ਦਿਨ ਕਹਿੰਦਾ ਸੀ ਪਹਿਲਾਂ, ਇਹ ਕਹਿਲੂਰ ਸਾਡਾ ਰਾਜ ਹੈ, ਇਹ ਗੁਰੂ ਗੋਬਿੰਦ ਸਿੰਘ ਪਤਾ ਨਹੀਂ ਕਿੱਥੋਂ ਆ ਕੇ ਇੱਥੇ ਵਸ ਗਏ ਹੈ, ਅਸੀਂ ਇਹਨਾਂ ਨੂੰ ਇੱਥੋਂ ਕੱਢ ਦੇਵਾਂਗੇ ਅਨੰਦਪੁਰ ਚੋਂ। ਅੱਜ ਉਹੀ ਭੀਮ ਚੰਦ ਬਦਲ ਗਿਆ ਹੈ, ਕਹਿੰਦਾ ਇਹ ਕਹਿਲੂਰ ਦਾ ਦੇਸ਼ ਖਾਸ ਕਰਕੇ ਤੁਹਾਡਾ ਹੀ ਹੈ, ਇਹਨੂੰ ਆਪਣਾ ਸਮਝ ਕੇ ਹਮੇਸ਼ਾ ਇਹਦੀ ਖਬਰ ਤੁਸੀਂ ਰੱਖਣਾ ਕਰੋ ਜੀ। ਅੰਤਰੋ ਨਾ ਕਰੈ ਹਮ ਸਦਾ ਅਨੁਸਰੈ, ਹੋਏ ਸੇਵਾ ਕੋ ਸਨੇਹ ਧਰੈ, ਕਵੈ ਨਾ ਪੁਨ ਭੇਤ ਹੋ। ਅੱਜ ਤੋਂ ਬਾਅਦ ਅਸੀਂ ਕੋਈ ਫਰਕ ਨਹੀਂ ਰੱਖਾਂਗੇ, ਕਦੇ ਵੀ ਤੁਹਾਡੇ ਨਾਲ ਕੋਈ ਫਰਕ ਨਹੀਂ ਰੱਖਾਂਗੇ ਮਹਾਰਾਜ, ਅੰਤਰ ਨਹੀਂ ਕਰਾਂਗੇ। ਤੁਸੀਂ ਸਾਡੇ ਅਨੁਸਾਰ ਰਹੋਗੇ ਤੇ ਅਸੀਂ ਵੀ ਸੇਵਾ ਵਾਸਤੇ ਹਮੇਸ਼ਾ ਤੁਹਾਡੇ ਪ੍ਰੇਮ ਨੂੰ ਧਾਰਨ ਕਰਾਂਗੇ, ਕੋਈ ਫਰਕ ਨਹੀਂ ਪਵੇਗਾ ਹੁਣ ਆਪਣੇ ਵਿੱਚ। ਸੁਨ ਮੁਸਕਾਨੇ ਪ੍ਰਭ ਬਹੁ ਰੂਪ ਖਾਨੇ, ਬੈਨ ਪੂਰਬ ਖਟਾਈ ਕੈ ਨਿਕਾਈ ਤੁਮ ਠਾਨ ਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਫੇਰ ਇਹ ਗੱਲ ਸੁਣ ਕੇ ਕਹਿਣ ਲੱਗੇ, ਮੁਸਕਰਾਉਂਦੇ ਹੋਏ ਕਹਿਣ ਲੱਗੇ, ਪਹਿਲਾਂ ਖੋਟ ਕੀਤਾ ਹੁਣ ਚੰਗਿਆਈ ਕੀਤੀ ਹੈ। ਰਸ ਕੈ ਬਿਰਸ ਕਰੋ, ਖੇਦ ਕੈ ਹਰਸ਼ ਧਰੋ, ਆਨ ਕੈ ਸਮੀਪ ਰਹੋ ਸਥਾ ਤਥਾ ਹਮ ਮਾਨਤੇ। ਪਾਤਸ਼ਾਹ ਜੀ ਕਹਿੰਦੇ ਤੁਹਾਡੀ ਮਰਜ਼ੀ ਆ, ਇਹ ਕਹਿੰਦਾ ਨਾ ਹੁਣ ਕੋਈ ਭੇਦ ਨਹੀਂ ਰੱਖੂਗਾ, ਪਾਤਸ਼ਾਹ ਕਹਿੰਦੇ ਮਰਜ਼ੀ ਆ, ਚਾਹੇ ਰਸ ਰੱਖੋ ਚਾਹੇ ਬੇਰਸ ਰੱਖੋ, ਚਾਹੇ ਖੁਸ਼ ਰੱਖੋ ਤੇ ਚਾਹੇ ਦੁੱਖ ਦਿਓ, ਜੋ ਵੀ ਤੁਸੀਂ ਸਾਨੂੰ ਦਿਓਗੇ ਉਹੀ ਵਾਪਸ ਪ੍ਰਾਪਤ ਹੋਵੇਗਾ। ਚਹੂੰ ਦਿਸ਼ ਸੰਗਤਾਂ ਕੀ ਪੰਗਤਾਂ, ਜੋ ਆਵੈ ਇਤ ਅਨੇਕ ਪ੍ਰਕਾਰ ਕੀ ਅਕੋਰਨ ਕੋ ਆਨਤੇ। ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਆ। ਗੁਰੂ ਨਾਨਕ ਦੇ ਘਰ ਵਿੱਚ ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਔਰ ਭੇਟਾਵਾਂ ਵੀ ਬਹੁਤ ਆਉਂਦੀਆਂ। ਆਪ ਤੇ ਨਾ ਤਿਨ ਕਉ ਬਿਖਾਦ ਕੋ ਕਰੈ, ਕਿਮ ਸੁਖ ਸੁੰਦਰਸ ਕਰ ਧਮਨ ਪਿਆਨ ਤੇ। ਔਰ ਅੱਜ ਤੋਂ ਬਾਅਦ ਇਹ ਵੀ ਯਾਦ ਰੱਖੀ ਕਿ ਸਾਡੀਆਂ ਸੰਗਤਾਂ ਨੂੰ ਕੋਈ ਰਸਤੇ ਵਿੱਚ ਘੇਰੇ ਨਾ, ਦੁੱਖ ਨਾ ਦੇਵੇ, ਇਹ ਵੀ ਖਿਆਲ ਰੱਖਿਓ। ਅੱਜ ਤੋਂ ਬਾਅਦ ਸਾਡੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਰਸਤੇ ਵਿੱਚ ਉਹਨਾਂ ਨੂੰ ਕੋਈ ਰੁਕਾਵਟ ਪੇਸ਼ ਨਾ ਕਰੇ, ਉਹ ਸੁੱਖ ਨਾਲ ਦਰਸ਼ਨ ਕਰਨ ਤੇ ਘਰਾਂ ਨੂੰ ਜਾਣ। ਦਇ ਹੈ ਖੇਦ ਜੋਏ ਤਤਕਾਲ ਫਲ ਲੈ ਹੈ ਸੋਈ, ਬਿਲਮ ਨ ਹਮਰੇ ਤਨਕ ਭਰ ਜਾਨੀਏ। ਅਸੀਂ ਤੁਰੰਤ ਫਲ ਦੇਣ ਵਾਲੇ ਹਾਂ। ਜੇ ਕੋਈ ਸਾਨੂੰ ਦੁੱਖ ਦੇਵੇਗਾ, ਸਾਡੀ ਸੰਗਤ ਨੂੰ ਦੁੱਖ ਦੇਵੇਗਾ, ਤੁਰੰਤ ਹੀ ਉਹਦਾ ਫਲ ਪ੍ਰਾਪਤ ਕਰੇਗਾ। ਅਸੀਂ ਤਣਕ ਵੀ ਡਰਦੇ ਨਹੀਂ ਔਰ ਬਿਲਮ ਟਾਈਮ ਨਹੀਂ ਲਾਉਂਦੇ। ਪੂਰਬ ਬਿਗਾਰੋ ਹੇਰੋ ਜੰਗ ਕੋ ਅਖਾਰੋ, ਤਬ ਨਾਹੀਂ ਤੋ ਹਮਾਰੋ ਔਰ ਤੁਮਾਰੋ ਰਸ ਸਾਨੀਏ। ਹਾਂ, ਜੇ ਪਹਿਲਾਂ ਲੜਾਈ ਹੋਈ ਹੈ
ਤਾਂ ਇਹ ਤੇਰੇ ਵਿਗਾੜ ਕਰ ਕੀ ਹੋਈ ਹੈ? ਨਹੀਂ, ਅਸੀਂ ਤਾਂ ਕੋਈ ਤੁਹਾਨਾਂ ਨਾਲ ਵਿਗਾੜੀ ਨਹੀਂ ਸੀ, ਸਾਡਾ ਤਾਂ ਰਸ ਸੀਗਾ। ਛੇਮਾ ਭਲ ਭਰੇ ਛੇਮਾ ਬਲ ਭਰੇ ਗੁਰ ਬੈਨ ਸ਼ਰਵਣ ਧਰੇ ਰਿਪ ਬੋਲਿਓ ਪ੍ਰੇਮ ਪਰੇ ਹਮੈ ਦਾਸ ਪਹਿਚਾਨੀਏ। ਸਤਿਗੁਰਾਂ ਦੇ ਏਦਾਂ ਦੇ ਗੁਰੂ ਪਿਆਰਿਓ ਬਲ ਭਰੇ ਜੋਸ਼ ਭਰੇ ਬਚਨ ਸੁਣ ਕੇ ਭੀਮ ਚੰਦ ਹੱਥ ਬੰਨ ਕੇ ਬੈਠਾ, ਕਹਿੰਦਾ ਬਸ ਮਹਾਰਾਜ ਸਾਨੂੰ ਆਪਣੇ ਸੇਵਕ ਜਾਣ ਕੇ, ਆਪਣੇ ਦਾਸ ਜਾਣ ਕੇ ਬਖਸ਼ ਦਿਓ। ਕਹਿਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ ਕੀਜੈ ਪ੍ਰਤਿਪਾਰ ਸੁਧ ਲੀਜੈ ਸੋਨ ਸਾਨੀਏ। ਇਹ ਕਹਿਲੂਰ ਦਾ ਇਲਾਕਾ ਤੁਹਾਡਾ ਹੀ ਦੇਸ਼ ਹੈ ਮਹਾਰਾਜ, ਇਹਨੂੰ ਆਪਣਾ ਜਾਣ ਕੇ ਹਮੇਸ਼ਾ ਇਹਦੀ ਸੁਧ ਲੈਂਦੇ ਰਹੋ। ਏਵ ਕੈ ਸੰਵਾਦ ਅਹਿਲਾਦ ਕੈ ਪਰਸ ਪਰ ਦੀਨੋ ਸਿਰ ਪਾਉ ਸਤ ਗੁਰੂ ਬਹੁ ਮੂਲ ਕੋ। ਇਸ ਤਰ੍ਹਾਂ ਗੱਲਬਾਤ ਸੰਪੂਰਨ ਹੋਈ। ਫਿਰ ਪਾਤਸ਼ਾਹ ਨੇ ਭਾਈ ਨੰਦ ਚੰਦ ਦੀਵਾਨ ਦੀ ਡਿਊਟੀ ਲਾਈ ਆ, ਲਿਆਓ ਇੱਕ ਸੁੰਦਰ ਜਿਹਾ ਕੀਮਤੀ ਆਪਣਾ ਸਰੋਪਾਓ ਲੈ ਕੇ ਆਓ। ਸਤਿਗੁਰਾਂ ਨੇ ਉਹ ਸਰੋਪਾ ਬਹੁ ਮੁੱਲਾ ਇਹਨੂੰ ਦੇਣਾ ਕੀਤਾ ਹੈ ਜੀ। ਲੈ ਕੇ ਭੀਮ ਚੰਦ ਜਾਨ ਕਰੁਣਾ ਆਨੰਦ ਭਇਓ ਹਾਥ ਬੰਦ ਬੰਦਨਾ ਕਰਤ ਬਿਨੈ ਬੋਲ ਕੋ। ਔਰ ਇਸ ਭੀਮ ਚੰਦ ਨੇ ਉਹ ਸਿਰੋਪਾਓ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਹੈ, ਬੜਾ ਖੁਸ਼ ਹੋਇਆ ਔਰ ਜੱਜਮੈਂਟ ਕਰਦਾ ਕਿ ਗੁਰੂ ਬੜੀ ਕਿਰਪਾ ਕਰ ਰਿਹਾ, ਗੁਰੂ ਹਮੇਸ਼ਾ ਹੀ ਕਿਰਪਾ ਕਰਦਾ ਹੈ। ਜਿਸ ਤਰ੍ਹਾਂ ਇੱਕ ਵਾਰੀ ਦੀ ਮੇਰੇ ਗੱਲ ਯਾਦ ਆ ਗਈ, ਜਹਾਂਗੀਰ ਦਾ ਛੇਵੇਂ ਪਾਤਸ਼ਾਹ ਨਾਲ ਬਹੁਤ ਪਿਆਰ ਸੀ ਤੇ ਇੱਕ ਦਿਨ ਉਹ ਆਪਣੇ ਪੁੱਤਰ ਸ਼ਾਹਜਹਾਂ ਨੂੰ ਲੈ ਕੇ ਆ ਗਿਆ ਛੇਵੇਂ ਪਾਤਸ਼ਾਹ ਕੋਲ। ਉਦੋਂ ਸ਼ਾਹਜਹਾਂ ਛੋਟਾ ਹੀ ਸੀਗਾ। ਤਾਂ ਗੁਰੂ ਪਿਆਰਿਓ ਜਹਾਂਗੀਰ ਆ ਕੇ ਕਹਿਣ ਲੱਗਿਆ, ਮਹਾਰਾਜ ਮੇਰੇ ਪੁੱਤਰ ਦੀ ਵੀ ਬਾਂਹ ਫੜ ਲਓ, ਜਿਵੇਂ ਮੇਰੇ ਨਾਲ ਵਰਤਿਓ ਇਹਦੇ ਨਾਲ ਵੀ ਉਦਾਂ ਹੀ ਵਰਤਿਓ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਾਨੀ ਜਾਣ, ਬਸ ਜ਼ਰੂਰੀ ਨਹੀਂ ਕਿ ਜੇ ਪਿਓ ਪਿਆਰ ਕਰਦਾ ਰਿਹਾ ਤੇ ਪੁੱਤ ਵੀ ਉਹੋ ਜਿਹਾ ਨਿਕਲ ਆਵੇ। ਇਸ ਕਰਕੇ ਸਤਿਗੁਰੂ ਨੇ ਉਸ ਵੇਲੇ ਹਾਂ ਨਹੀਂ ਭਰੀ ਕਿ ਹਾਂ ਬਾਂਹ ਫੜਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ ਜਹਾਂਗੀਰ, ਜਿਵੇਂ ਤੂੰ ਵਰਤਿਆ ਅਸੀਂ ਤੇਰੇ ਨਾਲ ਵਰਤ ਰਹੇ, ਜਿਵੇਂ ਇਹ ਵਰਤੇਗਾ ਇਹਦੇ ਨਾਲ ਵੀ ਅਸੀਂ ਉਵੇਂ ਵਰਤ ਲਵਾਂਗੇ। ਇਸ ਕਰਕੇ ਗੁਰੂ ਨਾਨਕ ਦਾ ਘਰ ਐਸਾ ਹੈ, ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਗੁਰੂ ਉਹਦੇ ਨਾਲ ਉਵੇਂ ਵਰਤ ਲੈਂਦਾ ਹੈ। ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰੋ ਵਿਦਾ ਭਇਓ ਭੂਪ ਪਾਏ ਹਰਖ ਅਤੁਲ ਕੋ। ਅੱਜ ਭੀਮ ਚੰਦ ਨੇ ਲੱਗਦਾ ਹੈ ਆਪਣੇ ਦਿਮਾਗ ਦੇ ਵਿੱਚੋਂ, ਦਿਲ ਦੇ ਵਿੱਚੋਂ ਸਾਰਾ ਈਰਖਾ ਦੁਈ ਦਵੈਤ ਜੋ ਫਰਕ ਪੈ ਗਿਆ ਸੀ ਉਹ ਸਾਰਾ ਕੱਢ ਦਿੱਤਾ ਹੈ। ਖੁਸ਼ ਹੋ ਕੇ ਹਰਖ ਅਤੋਲ ਬੇਅੰਤ ਖੁਸ਼ੀਆਂ ਲੈ ਕੇ ਚੱਲਿਆ ਗਿਆ ਹੈ। ਸੰਗ ਭੱਟ ਭੀਰ ਸੋ ਵਜੀਰ ਧੀਰ ਧਨ ਕਹੈ ਪੀਰਨ ਕਪੀਰ ਅਵਤਾਰ ਬਿਨ ਡੋਲ ਕੋ। ਇਸ ਤਰ੍ਹਾਂ ਫਿਰ ਸਾਰੇ ਹੀ ਸਤਿਗੁਰਾਂ ਦੀਆਂ ਸਿਫਤਾਂ ਕਰਦੇ ਐ। ਇਹ ਵੀ ਆਪਣੀਆਂ ਫੌਜਾਂ ਦੇ ਨਾਲ ਸਿਫਤਾਂ ਕਰਦਾ ਹੈ, ਆਪਣੀ ਭੀੜ ਦੇ ਨਾਲ, ਵਜ਼ੀਰਾਂ ਦੇ ਕੋਲ, ਕਿ ਵਾਕਿਆ ਇਹ ਤਾਂ ਪੀਰਾਂ ਦਾ ਪੀਰ ਹੈ, ਇਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ, ਅਡੋਲ ਅਵਤਾਰ ਹਨ। ਸ੍ਰੀ ਗੋਬਿੰਦ ਸਿੰਘ ਸੰਗ ਸੰਧ ਕਰ ਭੀਮ ਚੰਦ ਸ਼ੰਕਾ ਸਹਿ ਤਰਾਸ ਕੋ ਬਿਦਾਰ ਸੁਖ ਪਾਏ ਕੈ। ਅੱਜ ਗੁਰੂ ਪਿਆਰੋ ਭੀਮ ਚੰਦ ਨੇ ਸੰਧੀ ਕੀਤੀ ਹੈ ਸਤਿਗੁਰਾਂ ਦੇ ਨਾਲ, ਕਿਉਂਕਿ ਇਹਨੂੰ ਖਤਰਾ ਪੈਦਾ ਹੋ ਗਿਆ ਸੀਗਾ ਕਿਤੇ ਗੁਰੂ ਸਾਹਿਬ ਮੇਰੇ ਤੇ ਚੜ੍ਹਾਈ ਕਰਕੇ ਨਾ ਆ ਜਾਣ। ਇਸ ਕਰਕੇ ਸੰਧੀ ਕਰਕੇ ਚਲਿਆ ਗਿਆ, ਆਪਣੇ ਡਰ ਨੂੰ ਖਤਮ ਕੀਤਾ ਇਹਨੇ। ਗਇਓ ਪੁਰ ਆਪਣੇ ਪ੍ਰਤਾਪ ਪ੍ਰਭੂ ਜਪਨੇ ਧਰਿਓ ਵਿਸ਼ਵਾਸ ਕੋ ਸਹਾਏ ਬਨੈ ਆਏ ਕੈ। ਔਰ ਹੁਣ ਇਸਨੇ ਭਰੋਸਾ ਕੀਤਾ ਕਿ ਗੁਰੂ ਸਾਹਿਬ ਦੇ ਨਾਲ ਮੇਰੀ ਸੰਧੀ ਹੋ ਗਈ ਹੈ, ਕੱਲ ਨੂੰ ਜੇ ਮੈਨੂੰ ਲੋੜ ਪੈਂਦੀ ਹੈ ਤੇ ਜ਼ਰੂਰ ਮੇਰੀ ਮਦਦ ਕਰਨਗੇ। ਗੁਰੂ ਦੇ ਪ੍ਰਤਾਪ ਨੂੰ ਜਾਣ ਕਰਕੇ ਗੁਰੂ ਨੂੰ ਜਪਦਾ ਹੋਇਆ, ਭਾਵ ਗੁਰੂ ਨੂੰ ਯਾਦ ਕਰਦਾ ਹੋਇਆ, ਬੜੇ ਵਿਸ਼ਵਾਸ ਦੇ ਨਾਲ ਇਹ ਵਾਪਸ ਚਲਿਆ ਗਿਆ ਜੀ। ਨੀਕੋ ਨਾ ਵਿਵਾਦ ਚੱਲਿਓ ਫੀਕੋ ਅਪਵਾਦ ਜਗ ਗੁਰੂ ਸੰਗ ਸਮਤਾ ਨਾ ਹੋਤ ਕਿਸ ਭਾਈ ਕੈ। ਔਰ ਨਾਲੇ ਅੱਜ ਸੋਚਦਾ ਹੈ ਕਿ ਚੰਗੀ ਗੱਲ ਨਹੀਂ ਹੈ ਲੜਾਈ ਕਰਨੀ ਕਿਸੇ ਨਾਲ, ਬੰਦਾ ਫਿੱਕਾ ਹੀ ਪੈ ਜਾਂਦਾ। ਫਿਰ ਜਗਤ ਗੁਰੂ ਨਾਨਕ ਦੇ ਘਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਤਾਂ ਫਿਰ ਕਰ ਵੀ ਕੌਣ ਸਕਦਾ ਹੈ। ਨਾਹਕ ਮਰੈ ਹੈ ਵੀਰ ਜੰਗ ਮੈਂ ਨਾ ਰਹੀ ਧੀਰ ਸਿਮਰਤ ਹੈ ਗੁਣ ਇਮ ਮਨ ਸਮਝਾਏ ਕੈ। ਔਰ ਜੰਗ ਦੇ ਮੈਦਾਨ ਨੂੰ ਵੀ ਯਾਦ ਕਰਦਾ, ਕਿਤਨੇ ਯੋਧੇ ਇਹਨਾਂ ਦੇ ਮਾਰੇ ਗਏ ਹਨ, ਐਵੇਂ ਹੀ ਮਾਰੇ ਗਏ ਜੰਗ ਦੇ ਵਿੱਚ ਯੋਧੇ। ਕੀ ਲੋੜ ਸੀ
ਇਉਂ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਦਾ ਆਪਣੇ ਮਨ ਨੂੰ ਸਮਝਾਉਂਦਾ ਹੋਇਆ ਜਾ ਰਿਹਾ ਹੈ। ਦੇਤ ਕੀਤੀ ਬਾਰ ਆਛੀ ਵਸਤ ਉਦਾਰ ਲੇਹਰ ਸਤਿਗੁਰੂ ਪਾਸ ਕੋ ਪਠਾਵੇ ਪ੍ਰੇਮ ਧਾਰਕੈ। ਹੁਣ ਇਸ ਦਾ ਸਤਿਗੁਰਾਂ ਦੇ ਨਾਲ ਪਿਆਰ ਪੈ ਗਿਆ ਹੈ। ਆਪਣੇ ਘਰੋਂ ਕਦੇ ਕਦੇ ਚੰਗੀਆਂ ਭੇਟਾਵਾਂ ਵੀ ਗੁਰੂ ਘਰ ਭੇਜਣ ਲੱਗਿਆ। ਚਾਵਰ ਲੰਬੇਰੇ ਸੇਤ ਸੂਖਮ ਕਨੇਰੇ ਕਰ ਪਠੈ ਕਈ ਬੇਰੇ ਨਰ ਫੇਰੇ ਬਾਰ ਬਾਰ ਕੈ। ਇਸ ਤਰ੍ਹਾਂ ਇਸ ਨੇ ਕਈ ਵਾਰ ਲੰਮੇ ਚੌਲ ਮਨੁੱਖਾਂ ਦੇ ਰਾਹੀਂ ਭੇਜਣੇ ਕੀਤੇ ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਰਾਜਾ ਭੀਮ ਚੰਦ ਚੰਗੀਆਂ ਵਸਤੂਆਂ ਗੁਰੂ ਘਰ ਭੇਜਣ ਲੱਗਿਆ। ਸੂਖਮ ਸਫੈਦ ਚਾਵਲ ਵੀ ਕਈ ਵਾਰ ਭੇਜੇ। ਮਨੁੱਖ ਵਾਰ-ਵਾਰ ਫੇਰੇ ਮਾਰਨ ਲੱਗੇ, ਭਾਵ ਇਹਦੀ ਫੌਜ ਦੇ ਲੋਕ, ਇਹਦੇ ਬੰਦੇ, ਕਦੇ ਵਜ਼ੀਰ ਆ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ। ਸਤਿਗੁਰਾਂ ਦੇ ਕੋਲ ਇਹਨਾਂ ਦਾ ਆਉਣਾ ਜਾਣਾ ਬਣ ਗਿਆ। ਉਪਵਨ ਹੂੰ ਕੇ ਫਲ ਬੀਨ ਬੀਨ ਨੀਕੇ ਕਲਵਾਰ ਕਾ ਕਲਕਾਵਰਾਂ ਕਉ ਭਰ ਪਰ ਬੇਨਤੀ ਉਚਾਰ ਕੈ। ਕਈ ਵਾਰੀ ਇਸ ਨੇ, ਕਿਉਂਕਿ ਉਹ ਪਹਾੜੀ ਇਲਾਕਾ ਹੈ, ਉੱਥੇ ਬਾਗਾਂ ਦੇ ਵਿੱਚ ਫਲ ਬੜੇ ਲੱਗਦੇ ਆ, ਸੇਬ ਆਦਿ, ਤਾਂ ਇਸ ਨੇ ਕੀ ਕਰਨਾ, ਬਾਗਾਂ ਦੇ ਸੁੰਦਰ ਕੀਮਤੀ ਵਧੀਆ ਵਧੀਆ ਜਿਹੜੇ ਫਲ ਸਨ ਉਹ ਤੜਾਉਣੇ ਔਰ ਚੁਣ ਕਰਕੇ ਕਲ ਕਾਵਰਾਂ ਭਾਵ ਟੋਕਰੀਆਂ ਵਿੱਚ ਭਰ ਕੇ, ਮਹਿੰਗੀਆਂ ਵਿੱਚ ਭਰ ਕਰਕੇ ਉਹ ਸਤਿਗੁਰਾਂ ਦੇ ਵੱਲ ਬੇਨਤੀ ਸਹਿਤ ਭੇਜਣੇ। ਆਰੂ ਅਮਰੂਦ ਰਸ ਪੂਰਨ ਅੰਗੂਰ ਰੂਰ ਕਦਲੀ ਰਸਾਲ ਸਿਓ ਪੰਨਸ ਅਨਾਰ ਕੈ। ਅਨੇਕਾਂ ਤਰ੍ਹਾਂ ਦੇ ਫਲ ਭਾਈ ਸਾਹਿਬ ਲਿਖਦੇ ਆ, ਜਿਵੇਂ ਆੜੂ ਹੋਏ, ਅਮਰੂਦ ਹੋਏ, ਰਸ ਭਰੇ ਹੋਏ ਅੰਗੂਰ, ਪੱਕੇ ਹੋਏ ਕੇਲੇ, ਸਿਓ ਅਤੇ ਅਨਾਰ ਆਦਿ। ਮਿੱਠੇ ਜਾਤ ਜਾਤ ਕੇ ਤੁਰਸ਼ ਭਾਂਤ ਭਾਂਤ ਕੇ ਲੱਗੇ ਸੋ ਭਾਂਤ ਭਾਂਤ ਕੇ ਤੁਰਾਏ ਅਨਵਾਏ ਕਰ। ਕੋਈ ਮਿੱਠੀ ਜਾਤ ਦੇ ਫਲ, ਕੋਈ ਖੱਟੇ ਫਲ, ਤਰ੍ਹਾਂ ਤਰ੍ਹਾਂ ਦੇ ਫਲ ਦਰਖਤਾਂ ਤੋਂ ਤਲਵਾ ਕਰਕੇ ਇਸ ਨੇ ਭੇਜ ਦੇਣੇ। ਭੇਜੈ ਸੰਗ ਦੂਤ ਕੋ ਬਖਾਨ ਬਿਨ ਪੂਤ ਕੋ ਅਨੇਕ ਬਾਰ ਇਸੀ ਰੀਤ ਪ੍ਰੇਮ ਉਪਜਾਏ ਕਰ। ਔਰ ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਕਹਿੰਦੇ ਬੜਾ ਪ੍ਰੇਮ ਦਾ ਵਿਖਾਵਾ ਕਰਨ ਲੱਗੇ ਆ, ਪ੍ਰੇਮ ਕਰਨ ਲੱਗੇ ਆ। ਆਪਣੇ ਦੂਤਾਂ ਨੂੰ ਬਹਿੰਗੀਆਂ ਭਰ ਕੇ, ਟੋਕਰੀਆਂ ਭਰ ਕੇ ਇਹ ਵਸਤੂਆਂ ਭੇਜਣ ਲੱਗੇ ਐ। ਤੇ ਮਨ ਕਰਕੇ ਕਹਿੰਦੇ ਇਹਦੇ ਦੂਤ ਆ ਕੇ ਭੀਮ ਚੰਦ ਵੱਲੋਂ ਬੜਾ ਪਿਆਰ ਵੀ ਕਰਦੇ ਹਨ। ਆਪ ਆਨ ਮਿਲੈ ਕਹਿ ਬਤਨ ਪ੍ਰਸੰਨ ਕਰੈ ਖੁਸ਼ੀ ਪ੍ਰਭ ਧਰੈ ਨਿਜ ਸਹਿਜ ਸੁਭਾਈ ਕਰ। ਸਤਿਗੁਰੂ ਦਾ ਸਹਿਜ ਸੁਭਾਅ ਵਰਤਦੇ ਆ। ਸਤਿਗੁਰੂ ਕਿਸੇ ਨਾਲ ਈਰਖਾ ਨਹੀਂ ਕਰਦੇ। ਜਿਹਾ ਸਤਿਗੁਰ ਕਰ ਜਾਣੇ ਆ ਤੇ ਇਹੋ ਜਿਹਾ ਸੁੱਖ ਹੋਏ। ਜਿਹੋ ਜਿਹਾ ਕੋਈ ਗੁਰੂ ਨੂੰ ਮੰਨਦਾ, ਗੁਰੂ ਉਹਨੂੰ ਉਹੋ ਜਿਹੀਆਂ ਦਾਤਾਂ ਬਖਸ਼ ਦਿੰਦਾ। ਇਸ ਕਰਕੇ ਕਦੇ ਕਦੇ ਆਪ ਵੀ ਆ ਜਾਂਦਾ ਹੈ, ਗੱਲਾਂ ਬਾਤਾਂ ਕਰਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਆਪਣੇ ਸਹਿਜ ਸੁਭਾਅ ਵਿੱਚ ਵਿਚਰ ਰਹੇ ਹਨ। ਐਸੇ ਭਈ ਸੰਧ ਸਭ ਦੇਸ਼ਨ ਵਿਦਤ ਹੋਏ ਪਾਏ ਮਨ ਕਾਮਨਾ ਕਰੋ ਨਾ ਕਾਮਨਾ ਕੋ ਨਿਵੈ ਨਰ ਭਾਈ ਕਰ। ਇਸ ਤਰ੍ਹਾਂ ਭੀਮ ਚੰਦ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸੰਧੀ ਕਰ ਲਈ ਹੈ, ਮੇਲ ਮਿਲਾਪ ਕਰ ਲਿਆ ਹੈ। ਔਰ ਕਈ ਵਾਰੀ ਕੋਈ ਕਾਮਨਾ ਲੈ ਕੇ ਆਉਂਦਾ ਹੈ, ਉਹ ਵੀ ਪੂਰੀਆਂ ਕਰਦੇ ਹਨ। ਦਇਆ ਸਿੰਧ ਐਸੀ ਰੀਤ ਸਮੈ ਕੋ ਬਤੀਤ ਕਰੈ ਏਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ। ਇਸ ਤਰ੍ਹਾਂ ਦਇਆ ਦੇ ਸਮੁੰਦਰ ਸਤਿਗੁਰੂ ਪਾਤਸ਼ਾਹ ਜੀ ਸਮਾਂ ਬਤੀਤ ਕਰ ਰਹੇ ਹਨ। ਇੱਕ ਦਿਨ ਘਰ ਦੇ ਵਿੱਚ ਮਾਤਾ ਸੁੰਦਰੀ ਜੀ ਨੇ ਮਨ ਦਾ ਮਨੋਰਥ ਸਤਿਗੁਰਾਂ ਦੇ ਸਾਹਮਣੇ ਹੱਥ ਬੰਨ੍ਹ ਕੇ ਰੱਖਿਆ ਹੈ ਜੀ। ਆਨ ਕੇ ਸਮੀਪ ਹਾਥ ਜੋਰ ਕਰ ਖਰੀ ਭਈ ਲਾਜ ਕੇ ਸਮੇਤ ਨਿਜ ਕਾਜ ਕੋ ਵਿਚਾਰ ਕਰ। ਔਰ ਹੱਥ ਬੰਨ੍ਹ ਕੇ ਬੜੇ ਹੀ ਗੁਰੂ ਪਿਆਰਿਓ ਨਿਮਰਤਾ ਸਹਿਤ, ਲਾਜ ਦੇ ਨਾਲ ਨਿਮਰਤਾ ਸਹਿਤ ਨੀਵੇਂ ਹੋ ਕੇ ਹੱਥ ਬੰਨ੍ਹ ਕੇ ਕੀ ਬੇਨਤੀ ਕਰਦੇ ਆ। ਪਤ ਕੋ ਇਕਾਂਤ ਪਾਏ ਪ੍ਰੇਮ ਉਪਜਾਏ ਅਤ ਆਨੰਦ ਵਧਾਏ ਥਿਰੀ ਨੀਚੀ ਨਿਜ ਜਕਨਾਰ ਕਰ। ਔਰ ਆਪਣੇ ਧੌਣ ਨੂੰ, ਆਪਣੇ ਸਿਰ ਨੂੰ ਨੀਵਾਂ ਪਾ ਕੇ, ਗੁਰੂ ਪਿਆਰਿਓ ਨੀਵੀਂ ਪਾ ਕੇ ਮਾਤਾ ਸੁੰਦਰੀ ਜੀ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕਾਂਤ ਵਿੱਚ ਇਕੱਲੇ ਬੈਠ ਕੇ ਪ੍ਰੇਮ ਦੇ ਨਾਲ ਕੁਝ ਕਹਿੰਦੇ ਹਨ। ਬੋਲੇ ਦੇਖ ਪ੍ਰਭੂ ਕੌਣ ਸੁਧ ਘਰ ਵਾਲਿਓ ਕੀ ਕਹੂੰ ਮਨ ਠਾਨ ਠਾਡੀ ਭਈ ਜੋ ਉਚਾਰ ਕਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਮਣੇ ਖੜੇ ਆਪਣੇ ਸੁਪਤਨੀ
ਮਾਤਾ ਸੁੰਦਰੀ ਜੀ ਨੂੰ ਖੜੇ ਦੇਖ ਕੇ ਨਿਮਰਤਾ ਸਹਿਤ ਪੁੱਛਣ ਲੱਗੇ, ਹਾਂ ਘਰ ਵਾਲਿਓ, ਕੀ ਖਬਰ ਹੈ? ਦੱਸੋ ਕਿਵੇਂ ਆਉਣਾ ਹੋਇਆ? ਐ ਨੀਵੀਂ ਜੀ ਪਾ ਕੇ ਖੜੇ ਹੋ। ਘਟ ਘਟ ਮਾਲਕ ਤੁਮਾਰੇ ਸਭ ਤਾਲਕ ਪਛਾਨੂ, ਤੀਨ ਕਾਲ ਮੈਂ ਸਭਿਨ ਗਤ ਮਨ ਕੀ। ਮਾਤਾ ਸੁੰਦਰੀ ਜੀ ਕਹਿੰਦੇ, ਜੀ ਤੁਹਾਡੇ ਤੋਂ ਕਿਹੜੀ ਗੱਲ ਲੁਕੀ ਆ? ਤੁਸੀਂ ਤਾਂ ਸਭ ਦੇ ਹਿਰਦਿਆਂ ਦੀਆਂ ਜਾਣਨ ਵਾਲੇ ਹੋ। ਸਾਰੇ ਹੀ ਤੁਹਾਡੇ ਦਰ ਦੇ ਤਾਲਕ ਹਨ, ਭਾਵ ਕੁਝ ਨਾ ਕੁਝ ਮੰਗਣ ਵਾਲੇ। ਤਿੰਨਾਂ ਕਾਲਾਂ ਦੇ ਵਿੱਚ ਪਹਿਲਾਂ ਵੀ, ਅੱਜ ਵੀ ਤੇ ਅੱਗੇ ਵੀ ਆਉਂਦੇ ਹਨ, ਤੇ ਤੁਸੀਂ ਸਭ ਦੇ ਮਨ ਦੀਆਂ ਬੁੱਝ ਲੈਂਦੇ ਹੋ। ਕਹੋ ਕਹਾਂ ਆਪ ਆਗੇ ਬੁੱਝਨ, ਸੋ ਲਾਗੇ ਤੁਮ ਨਾਹਿਨ ਬਤਾਵੋ, ਤਾਊ ਨਿੱਕੀ ਹੈ ਨਾ ਜਨ ਕੀ। ਔਰ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਸਭ ਜਾਣਦੇ ਹੀ ਹੋ। ਹੁਣ ਤੁਸੀਂ ਪੁੱਛਿਆ, ਤੇ ਜੇ ਮੈਂ ਨਾ ਦੱਸਾਂ ਤੇ ਫੇਰ ਵੀ ਗੱਲ ਠੀਕ ਨਹੀਂ ਹੈ। ਜਗਤ ਕੀ ਸਾਂਝ ਚਿਤ ਚਾਹਤ ਸਦੀਵ ਮੇਰੋ, ਉਪਜੈ ਸਪੂਤ ਦੁੱਤ ਤਾਰੈ ਤੁਮ ਤਨ ਕੀ। ਮਹਾਰਾਜ, ਪੁੱਤੀ ਗੰਢ ਪਵੇ ਸੰਸਾਰ, ਸੰਸਾਰ ਦੇ ਨਾਲ ਸਾਡਾ ਸੰਬੰਧ ਤਾਂ ਹੀ ਹੁੰਦਾ ਹੈ, ਜਗਤ ਨਾਲ ਸਾਂਝ ਸਾਡੀ ਤਾਂ ਹੀ ਪੈਂਦੀ ਆ ਜੇ ਸਾਡੇ ਘਰ ਇੱਕ ਪੁੱਤਰ ਹੋ ਜਾਵੇ। ਤੇ ਮੈਂ ਚਾਹੁੰਦੀ ਆ ਇੱਕ ਸੁਪੁੱਤਰ ਬਖਸ਼ਿਸ਼ ਕਰੋ ਮਹਾਰਾਜ, ਜੋ ਕਿ ਬੜਾ ਹੀ ਸੁੰਦਰ ਹੋਵੇ। प्रियन को चित्त ऐसे चाहत हमेश तैसे, पति की प्रसन्नता कैसो तो स्वरूप धन के। ਔਰ ਇਸਤਰੀ ਨੂੰ ਇਸੇ ਵਿੱਚ ਹੀ ਖੁਸ਼ੀ ਹੁੰਦੀ ਹੈ ਕਿ ਪਤੀ ਖੁਸ਼ ਰਹੇ। ਔਰ ਪਤੀ ਦੇ ਕੋਲੋਂ ਦੋ ਹੀ ਚੀਜ਼ਾਂ ਚਾਹੀਦੀਆਂ, ਇੱਕ ਬੱਚਾ ਚਾਹੀਦਾ, ਇੱਕ ਧਨ ਚਾਹੀਦਾ ਘਰ ਵਿੱਚ। बिना सोन सुंदरी की सुंदर सुनंद हित, श्री गोबिंद सिंह सुख कंद बार दीन्यो। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਇਹ ਬਚਨ ਕੀਤਾ, ਤੇ ਪਾਤਸ਼ਾਹ ਜੀ ਨੇ ਵੀ ਅੱਗੋਂ ਖੁਸ਼ ਹੋ ਕੇ ਇਹ ਬਚਨ ਕੀਤੇ ਹਨ। पाए मान कामना को केतक समय में, अब सोन कीन बंदना आनंद और चीनिए। ਔਰ ਠੀਕ ਹੈ ਸੁੰਦਰੀ, ਤੇਰੀ ਇਹ ਇੱਛਾ ਵੀ ਥੋੜੇ ਸਮੇਂ 'ਚ ਹੀ ਪੂਰੀ ਹੋ ਜਾਵੇਗੀ। ਆਨੰਦ ਮਾਣੋ। लालसा सो जानकर श्री गुरु सुजान मान, महल तिसी के बास जाए कार कीन्यो। तो फिर अक्सर मात पिता बिन बाल ना होई। तो ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਸੁੰਦਰੀ ਦੇ ਬਚਨ ਪੂਰੇ ਕਰਨ ਵਾਸਤੇ ਹੁਣ ਉਹਨਾਂ ਦੇ ਕੋਲ ਗੁਰੂ ਪਿਆਰਿਓ ਜਾਣ ਲੱਗੇ। कोक रस जोग रस सागरे दिखाई, निके जेतक मनोरथ करत पूर लीन्यो। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸੁੰਦਰੀ ਜੀ ਦੀ ਇਹ ਇੱਛਾ ਪੂਰੀ ਕਰਨੀ ਕੀਤੇ ਜੀ ਦੋਹਰਾ। ਭਾਈ ਸਗਰ ਪਾ ਸੁੰਦਰੀ ਸੁੰਦਰ, ਭਾਈ ਸਗਰਭਾ ਸੁੰਦਰੀ ਸੁੰਦਰ, ਦੇਹ ਦਿਪ ਹੈ ਸਰੂਪ, ਹਿਰਦੇ ਆਨੰਦ ਬਿਲੰਦ ਕਰ, ਬਾਂਛਤ ਆਨੰਦ ਅਨੂਪ। ਤਾਂ ਆਖਰ ਸਮਾਂ ਆਇਆ, ਮਾਤਾ ਜੀ ਦੇ ਹਿਰਦੇ ਵਿਖੇ ਬੱਚੇ ਦੇ ਹੋਣ ਦੀ ਸੰਭਾਵਨਾ ਹੋਈ ਹੈ, ਗਰਭ ਧਾਰਨ ਕੀਤਾ ਹੈ। ਮਾਤਾ ਸੁੰਦਰੀ ਬੜੇ ਖੁਸ਼ ਰਹਿਣ ਲੱਗੇ ਜੀ। ਗੀਤ ਗਏ ਨਵ ਮਾਸ ਜਬ, ਦਸਮ ਪ੍ਰਵਰਤਿਓ ਭੀਰ। ਇਸ ਤਰ੍ਹਾਂ 9 ਮਹੀਨੇ ਬਤੀਤ ਹੋ ਗਏ, 10ਵਾਂ ਸ਼ੁਰੂ ਹੋਇਆ ਹੈ ਜੀ। ਹੋਇਓ ਸਮੈ ਸਪ੍ਰਸੂਤ, ਸੋ ਗੁਜਰੀ ਮੁੱਦਤ ਬਡੇਰ। ਇਸ ਤਰ੍ਹਾਂ ਬੜੇ ਲੰਮੇ ਸਮੇਂ ਤੋਂ ਬਾਅਦ ਅੱਜ ਗੁਰੂ ਨਾਨਕ ਦੇ ਘਰ 10ਵੇਂ ਪਾਤਸ਼ਾਹ ਜੀ ਦੇ ਘਰ ਵਿੱਚ ਮੁੱਦਤ ਹੁੰਦੀ ਹੈ। ਸਮੇਂ ਤੋਂ ਬਾਅਦ ਪੁੱਤਰ ਦੇ ਹੋਣ ਦੀ ਸੰਭਾਵਨਾ ਬਣ ਗਈ ਜੀ। ਮਾਘ ਮਾਸ ਪਖ ਪਾਛਲੂ, ਚੌਥ ਤਿਸੀ ਭ੍ਰਿਗਵਾਰ। ਮਾਘ ਦਾ ਮਹੀਨਾ ਸੀਗਾ, ਤੇ ਮਾਘ ਦੇ ਮਹੀਨੇ ਦੇ ਪਿਛਲਾ 15ਵਾੜਾ ਸੀ, ਪਿਛਲਾ ਪੱਖ ਸੀਗਾ, 14 ਦਿਨ ਸੀ ਉਸ ਦਿਨ, ਅਤੇ ਭ੍ਰਿਗੂਵਾਰ ਸੀ। ਭਲੇ ਲਗਨ ਗ੍ਰਹਿ ਉੱਚ ਕਿਤਾਬ, ਜਨਮਿਓ ਪੁੱਤਰ ਉਦਾਰ। ਇਸ ਤਰ੍ਹਾਂ ਗੁਰੂ ਪਿਆਰਿਓ ਸ਼ੁੱਕਰਵਾਰ ਦੇ ਦਿਨ, ਚੌਥ ਦੇ ਦਿਨ, ਮਾਘ ਮਹੀਨੇ ਦੇ ਪਿਛਲੇ 15ਵਾੜੇ ਵਿੱਚ ਸਤਿਗੁਰਾਂ ਦੇ ਗ੍ਰਹਿ ਵਿਖੇ ਜੋ ਪੁੱਤਰ ਹੈ ਉਸਨੇ ਜਨਮ ਲਿਆ ਜੀ ਦੋਹਰਾ। ਜਨਮਿਓ ਆਨੰਦ ਆਨੰਦ ਭਇਓ, ਮੰਗਲ ਬ੍ਰਿੰਦ ਬਨਾਏ, ਬੱਜੀ ਵਧਾਈ ਦਵਾਰ ਪਰ, ਨੌਬਤ ਨਾਦ ਉਠਾਏ। ਸਮੇਂ ਦੇ ਨਾਲ ਸਤਿਗੁਰਾਂ ਦੇ ਗ੍ਰਹਿ ਵਿਖੇ ਇਸ ਪੁੱਤਰ ਨੇ ਜਨਮ ਲਿਆ ਹੈ। ਘਰ ਵਿੱਚ ਖੁਸ਼ੀਆਂ ਦੇ ਬਾਜੇ ਵੱਜਣ ਲੱਗੇ, ਸਿੱਖ ਸੰਗਤਾਂ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੀਆਂ।
ਔਰ ਗੇਟ ਦੇ ਉੱਤੇ ਨੌਬਤ ਵੱਜਣ ਲੱਗੀ। ਭਾ ਮੰਗਣ ਵਾਲੇ ਭੱਟ ਮਰਾਸੀ ਇਹ ਜਿਹੜੇ ਹੁੰਦੇ ਹਨ ਖੁਸ਼ੀਆਂ ਦੇ ਵਿੱਚ ਵਧਾਈਆਂ ਲੈਣ ਵਾਲੇ ਗੁਰੂ ਪਿਆਰਿਓ, ਇਹ ਸਾਰੇ ਖੁਸਰੇ ਆਦਿ ਆ ਕੇ ਗਾਉਣ ਲੱਗੇ ਹਨ। ਸ੍ਰੀ ਆਨੰਦਪੁਰ ਭਇਓ ਕੋਲਾਹਲ, ਜਾਚਕ ਲੋਕ ਮਿਲੇ ਸਮੁਦਾਏ। ਇਉਂ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਕੋਲਾਹਲ ਹੁੰਦਾ, ਰੌਲਾ, ਭਾਵ ਖੁਸ਼ੀਆਂ ਦਾ ਰੌਲਾ। ਕੰਨ ਪਾਈ ਨਹੀਂ ਸੁਣਦੀ ਕਿਸੇ ਨੂੰ, ਉੱਚੀ ਉੱਚੀ ਸ਼ੋਰ ਹੋਣ ਲੱਗਿਆ ਹੈ ਔਰ ਬਹੁਤ ਸਾਰੇ ਮੰਗਤੇ ਇਕੱਠੇ ਹੋ ਗਏ ਜੀ। ਪੁੱਤਰ ਜਨਮ ਤੇ ਗੁਜਰੀ ਹਰਕਤ ਦੇਤ ਦਰਬ ਕਾ ਜੋ ਦਰ ਆਏ। ਔਰ ਮਾਤਾ ਗੁਜਰੀ ਜੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਅੱਜ ਉਹ ਦਾਦੀ ਬਣ ਗਈ ਹੈ। ਉਹਨਾਂ ਦੇ ਘਰ ਪੋਤਰੇ ਨੇ, ਪਹਿਲੇ ਪੋਤਰੇ ਨੇ ਜਨਮ ਲਿਆ ਹੈ ਔਰ ਬਹੁਤ ਸਾਰੀ ਮਾਇਆ ਇਹ ਲੋੜਵੰਦਾਂ ਨੂੰ, ਗਰੀਬਾਂ ਨੂੰ ਵੰਡ ਰਹੇ ਹਨ। ਉਤਸਵ ਕਰਤ ਮਿਲੀ ਪਿਕ ਬੈਨੀ, ਮਧੁਰ ਮਧੁਰ ਸੁਨ ਗੀਤਨ ਗਾਏ। ਔਰ ਬੀਬੀਆਂ ਜਿਹੜੀਆਂ ਹਨ, ਸਿੱਖ ਸੰਗਤਾਂ ਜਿਹੜੀਆਂ ਹਨ, ਪਿਕ ਬੈਣੀ ਕੋਇਲ ਵਰਗੀ ਮਿੱਠੀ ਆਵਾਜ਼ ਦੇ ਵਿੱਚ ਇਹ ਖੁਸ਼ੀ ਦੇ ਗੀਤ ਗਾਉਣ ਲੱਗੀਆਂ ਜੀ। ਕਰ ਕਰ ਆਦਰ ਸਦਨ ਬਿਠਾਵਤ, ਜਥਾ ਜੋਗ ਤਿਨ ਗਿਰਾ ਸੁਨਾਏ। ਔਰ ਮਾਤਾ ਗੁਜਰੀ ਜੀ ਉਹਨਾਂ ਨੂੰ ਵਿਹੜੇ ਵਿੱਚ ਪਲੰਘੇ ਡਬਾ ਦਿੰਦੇ ਆ, ਇੱਥੇ ਬੈਠੋ ਭਾਈ। ਸੰਗਤਾਂ ਮੰਜੇ ਢਾ ਲੈਂਦੀਆਂ ਔਰ ਵਿਹੜੇ ਵਿੱਚ ਬਿਠਾ ਕੇ ਉਹਨਾਂ ਇਸਤਰੀਆਂ ਦਾ ਸਤਿਕਾਰ ਬੜਾ ਕਰਦੇ ਆ ਮਾਤਾ ਜੀ। ਕਮਲ ਪੱਤਰ ਸਮ ਵਿਸਤ੍ਰਿਤ ਲੋਚਨ, ਬਰਨ ਵਰਨ ਕੇ ਅੰਬਰ ਪਾਏ। ਔਰ ਬੀਬੀਆਂ ਵੱਡੇ ਵੱਡੇ ਨੇਤਰਾਂ ਵਾਲੀਆਂ, ਰੰਗ ਬਰੰਗੇ ਸੁੰਦਰ ਵਸਤਰ ਪਹਿਨ ਕਰਕੇ ਏਤ ਵਧਾਈ ਮੋਦਤ ਗੁਜਰੀ, ਕਹਿਤ ਅਸੀਸਨ ਸੀਸ ਚੜਾਏ। ਔਰ ਆ ਕੇ ਮਾਤਾ ਗੁਜਰੀ ਜੀ ਨੂੰ ਵਧਾਈਆਂ ਦਿੰਦੀਆਂ ਹਨ ਬੀਬੀਆਂ ਪੋਤਰੇ ਦੀਆਂ, ਔਰ ਮਾਤਾ ਉਹਨਾਂ ਨੂੰ 100 ਗੁਣੀਆਂ ਵਧਾਈਆਂ ਵਾਪਸ ਦਿੰਦੇ ਹਨ। ਦੇਤ ਦੂਬ ਕੋ ਖੇ ਦੇਖ ਹੂਬ ਕੋ, ਦਰ ਪਰ ਫੂਲਨ ਮਾਲ ਬੰਧਾਏ। ਤੋ ਇਹ ਪੁਰਾਣੇ ਰੀਤੀ ਰਿਵਾਜ ਹੈ ਗੁਰੂ ਪਿਆਰਿਓ। ਕੁਝ ਲੋਕ ਜਿਹੜੇ ਹਨ ਦੁੱਬ ਲੈ ਕੇ ਆਉਂਦੇ ਐ ਔਰ ਘਰ ਦੇ ਮਾਲਕ ਦੇ ਜੇ ਪੱਗ ਬੰਨੀ ਹੈ ਤੇ ਪੱਗ ਦੇ ਵਿੱਚ ਟੰਗ ਦਿੰਦੇ ਐ, ਮਾਤਾ ਆਈ ਹੈ ਤੇ ਉਹਦੇ ਹੱਥ ਵਿੱਚ ਫੜਾ ਦਿੰਦੇ ਐ। ਇਹ ਵੀ ਇੱਕ ਮੰਗਣ ਦੇ ਢੰਗ ਹੁੰਦੇ ਐ। ਉਹਨਾਂ ਦਾ ਪ੍ਰੇਮ ਦੇਖ ਕੇ ਮਾਤਾ ਉਹਨਾਂ ਨੂੰ ਬਹੁਤ ਸਾਰੀ ਮਾਇਆ ਦੇ ਦਿੰਦੀ ਹੈ, ਵਸਤੂਆਂ ਦੇ ਦਿੰਦੀ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਦਰਵਾਜ਼ੇ ਦੇ ਉੱਤੇ ਲਿਆ ਕਰਕੇ ਸਾਰੇ ਲੋਕ ਜਿਹੜੇ ਹਨ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀਆਂ ਮਾਲਾਂ ਬੰਨ੍ਹ ਦਿੰਦੇ ਹਨ। ਮਾਤਾ ਉਹਨਾਂ ਨੂੰ ਵੀ ਵਧਾਈਆਂ ਦੇ ਰੂਪ 'ਚ ਬਹੁਤ ਵਸਤੂਆਂ ਦੇ ਦਿੰਦੇ ਹਨ। ਨਾਚ ਹੀਜ ਫਿਰ ਲੇਤ, ਭਵਾਲੀ ਟਲਕਾ, ਤਾਲੀ ਮੇਲ ਵਜਾਏ। ਔਰ ਹੀ ਜਿਹੜੇ ਹੁੰਦੇ ਆ ਖੁਸਰੇ, ਇਹ ਵੀ ਇਸ ਮੌਕੇ ਤੇ ਆਉਂਦੇ ਐ। ਗੇਟ ਦੇ ਉੱਤੇ ਖੁਸਰੇ ਪਹੁੰਚ ਗਏ ਹਨ, ਉਹਨਾਂ ਨੇ ਆਪਣਾ ਪਿੜ ਬੰਨ੍ਹ ਲਿਆ ਹੈ ਔਰ ਘੁੰਮ ਘੁੰਮ ਕੇ ਨੱਚਦੇ ਹਨ ਤੇ ਨਾਲ ਤਾਲ ਮਿਲਾਉਂਦੇ ਆ, ਟੱਲੀਆਂ ਅਤੇ ਤਾਲੀਆਂ ਮਾਰ ਮਾਰ ਕੇ। ਸਤਿਗੁਰ ਸਮੀਪ ਜੋ ਮੰਗਤ, ਮਨ ਭਾਵਤ ਕੋ ਪਾਏ ਸਿਧਾਏ। ਕੋਈ ਘਰੇ ਆ ਜਾਂਦੀਆਂ ਬੀਬੀਆਂ ਖੁਸਰੇ ਆਦਿ ਤੇ ਕੋਈ ਗੁਰੂ ਪਾਤਸ਼ਾਹ ਜੀ ਦੀ ਸਭਾ ਦੇ ਵਿੱਚ ਵੀ ਚਲੇ ਜਾਂਦੇ ਐ। ਜਿੱਥੇ ਵੀ ਕੋਈ ਮੰਗਤਾ ਪਹੁੰਚਦਾ ਹੈ, ਜੋ ਮੰਗਦਾ ਹੈ ਉਹ ਲੈ ਕੇ ਜਾਂਦਾ ਹੈ। ਦਰਬ ਪਟੰਬਰ ਲੇਤ ਵਿਭੂਖਨ, ਮਿਲੇ ਨਾਰ ਨਰਗਨ ਚਿੱਤ ਆਚਾਈ। ਇਉਂ ਕਿਸੇ ਨੂੰ ਪੈਸੇ, ਕਿਸੇ ਨੂੰ ਕੱਪੜੇ ਸੂਟ, ਕਿਸੇ ਨੂੰ ਗਹਿਣਾ ਆਦਿ ਕੋਈ ਦੇ ਕਰਕੇ ਸਭ ਦੀਆਂ ਖੁਸ਼ੀਆਂ ਲਈਆਂ ਜਾ ਰਹੀਆਂ ਹਨ। ਸਿੰਘ ਪੌਰ ਪਰ ਠੌਰ ਨ ਪ੍ਰਾਪਤ, ਭੀਰ ਅਦਕ ਹੋਏ ਰੌਰ ਉਪਾਈ। ਗੁਰੂ ਕੇ ਮਹਿਲਾਂ ਦੀ ਡਿਉੜੀ ਦੇ ਉੱਤੇ ਮੰਗਣ ਵਾਲਿਆਂ ਦੀ ਭੀੜ ਲੱਗ ਗਈ ਹੈ, ਪੈਰ ਧਰਨ ਨੂੰ ਥਾਂ ਨਹੀਂ ਹੈ। ਜਹ ਕਹਿ ਤੇ ਸੁਨ ਸੁਨ ਬਹੁ ਆਏ, ਦੇਨ ਵਿਸਾਲ ਸੁਜਾਸ ਬਿਰਧਾਈ। ਬਸ ਜਿਹਨੂੰ ਵੀ ਪਤਾ ਲੱਗਦਾ ਉਹੀ ਆਉਂਦਾ ਹੈ, ਵਧਾਈਆਂ ਵੀ ਦਿੰਦਾ ਤੇ ਬਖਸ਼ਾਂ ਵੀ ਲੈਂਦਾ ਹੈ। ਖੈਰ ਹੋਰ ਕੀ ਹੁੰਦਾ ਇਹ ਵਿਚਾਰਾ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਹੋਵਨਹਾਰ।
ਏ ਸੰਤਹਿ ਕੈ ਸਦਾ ਸੰਗ ਏ ਧਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ